बिस्मिल्लाहिर्रहमानिर्रहीम। तमाम दोस्तों को, किसान वीरों को, फार्मर्स को सुपर विलेज पे वेलकम करता हूं। तमाम आने वाले नए और पुराने व्यूवर्स को खुश आमदीद। दोस्तों, आगे आपकी खिदमत में फार्मिंग वीडियोस लेके हाजिर होता हूं कि आप कैसे फार्मिंग कर सकते हैं, कैसे इससे मजीद अपनी कमाई में इजाफा कर सकते हैं, ज्यादा से ज्यादा मुनाफा कैसे कमा सकते हैं। लेकिन आज आपको वो एहतियाती तदाबीर बताई जाएंगी कि कौन सा ऐसा परिंदा या जानवर है जिसके जरिए आप अपने जानवरों को ज्यादा से ज्यादा महफूज रख सकते हैं। दोस्तों, इस परिंदे का नाम या जानवर का नाम चकोर है, चकोर या चकोरी। इसके फायदे ये हैं कि आप अगर डेरे पर भैंसें रखी हैं, गायें रखी है, बकरियां हैं, कोई भी किसी भी किस्म का जानवर है, इसको अगर आप अपने पास रखते हैं, करीब रखते हैं, तो ये हर लिहाज से उनकी सेफ्टी करेगा। यानी कि अगर कोई सांप, न्योल, इस तरह के जो जानवर हैं जिनसे काफी हद तक हमारे जानवरों को नुकसान पहुंच सकता है, उनसे ये बचाव करते हैं, क्योंकि इससे कोई भी चीज पकड़ नहीं सकती। दोस्तों को आज ये बताते हैं कि आप इनसे ब्रीड कैसे करवा सकते हैं, इन्हें आप हासिल कहां से कर सकते हैं, इनकी कीमत क्या है। वीडियो को मुकम्मल देखें और मजीद मालूमात हासिल करें। अस्सलाम वालेकुम भाईजान। वालेकुम सलाम। क्या नाम है मेरे भाई का? मोहसिन रहमान। मोहसिन रहमान। अच्छा भाईजान, आज आपने हमें इस पर मुकम्मल तफसील से एक बताना है कि कैसे हम इससे ब्रीड करवा सकते हैं, कैसे हम इससे ज्यादा बच्चे हासिल कर सकते हैं, इसके बच्चे हम कैसे एहतियात से हासिल कर सकते हैं कि अंडों से बच्चे मरे भी ना और बच भी जाएं। अच्छा, आपका ये शौक कितनी देर पुराना है? ये सर बहुत पुराना शौक है। ਅਸੀਂ 10-20 ਸਾਲ ਦੇ ਅਰਸੇ ਤੋਂ ਜਿਹੜਾ ਨਾ ਚਕੋਰ ਆਪਣੇ ਕੋਲ ਰੱਖਦੇ ਆਏ ਆ। ਸ਼ੇਖੂਪੁਰਾ ਤੋਂ ਅਸੀਂ ਪਹਿਲਾਂ ਇਹਦੀ ਨਸਲ ਲਿਆਂਦੀ ਸੀ, 2-3 ਵਾਰੀ ਲਿਆਣ ਕੇ ਰੱਖੀ ਏ, ਉਹ ਕੁਝ ਖਤਮ ਹੀ ਹੋ ਗਈ, ਮਰ ਗਈ ਏ। ਦੁਬਾਰਾ ਜਿਹੜਾ ਇਹਨੂੰ ਲਿਆਂਦਾ ਹੁਣ ਜੀ। ਅੱਛਾ ਭਾਈਜਾਨ, ਇਹਦੇ ਫਵਾਇਦ ਦੱਸ ਦਿਓ। ਫਵਾਇਦ ਇਹ ਨੇ ਕਿ ਸਾਰੇ ਇੱਕ ਤੇ ਕਿ ਪਾਕਿਸਤਾਨ ਦਾ ਨਿਆਬਤਰੀਨ ਪਰਿੰਦਾ ਹੈ ਚਕੋਰ, ਮਾਸ਼ਾਅੱਲਾ। ਔਰ ਦੂਸਰੇ ਨੰਬਰ ਤੇ ਇਹਦੇ ਫਾਇਦੇ ਨੇ ਕਿ ਡੇਰੇ ਦੀ ਰਖਵਾਲੀ ਦੇ ਲਿਹਾਜ਼ ਦੇ ਨਾਲ ਬਹੁਤ ਬਿਹਤਰੀਨ ਪਰਿੰਦਾ ਹੈ। ਅਗਰ ਮਾਲਕ ਡੇਰੇ ਤੇ ਨਹੀਂ ਹੈ ਤੇ ਕੋਈ ਅਨਨੋਨ ਬੰਦਾ, ਕੋਈ ਗੈਰ ਬੰਦਾ ਡੇਰੇ ਤੇ ਆਏਗਾ, ਇਹ ਤੁਹਾਨੂੰ ਅਗਾਹੀ ਦੇਗਾ। ਔਰ ਇਹਦੀ ਆਵਾਜ਼ ਕਮੋ ਬੇਸ਼ 2 ਮੀਲ ਦੂਰ ਤੱਕ ਇਹਦੀ ਆਵਾਜ਼ ਸੁਣੀ ਜਾ ਸਕਦੀ ਹੈ, ਮਾਸ਼ਾਅੱਲਾ। ਅਗਰ ਡੇਰੇਦਾਰ ਬੰਦਾ ਡੇਰੇ ਤੇ ਮੌਜੂਦ ਨਹੀਂ ਹੈ ਜੀ ਜੀ ਤੇ ਇਹ ਉਹਨੂੰ ਅਗਾਹੀ ਦੇਗੀ, ਇਹ ਬੋਲੇਗੀ ਕਿ ਡੇਰੇ ਤੇ ਕੋਈ ਅਨਨੋਨ ਚੀਜ਼ ਜਿਹੜੀ ਹੈ ਨਾ ਉਹ ਆਈ ਹੈ, ਕੋਈ ਸੱਪ ਵਗੈਰਾ ਨਿਕਲ ਆਂਦਾ, ਕੋਈ ਨਿਓਲ ਨਿਕਲ ਆਂਦਾ। ਔਰ ਤੋਂ ਵੀ ਇਹਦਾ ਕੰਮ ਹੈ ਅਗਾਹੀ ਦੇਣਾ। ਔਰ ਇਹ ਬਹੁਤ ਉੱਚੀ ਉੱਚੀ ਬੋਲਦੇ ਨੇ ਜੀ। ਜਿਹੜੀ ਆਵਾਜ਼ ਤੁਹਾਨੂੰ ਦੱਸਿਆ ਕਿ 2 ਮੀਲ ਤੱਕ ਇਹਦੀ ਆਵਾਜ਼ ਜਿਹੜੀ ਨਾ ਉਹ ਸੁਣੀ ਜਾ ਸਕਦੀ। ਔਰ ਖੂਬਸੂਰਤੀ ਵੀ ਇਹਦੀ ਤੁਸੀਂ ਵੇਖ ਸਕਦੇ ਹੋ ਕਿ ਇਹ ਪਰਿੰਦਾ ਜਿਹੜਾ ਹੈ ਇੰਤਹਾਈ ਖੂਬਸੂਰਤ ਵੀ ਹੈ, ਮਾਸ਼ਾਅੱਲਾ। ਔਰ ਮੈਨੂੰ ਕੰਪਲੀਟ ਇਨਫੋਰਮੇਸ਼ਨ ਨਹੀਂ, ਲੇਕਿਨ ਮੇਰੇ ਖਿਆਲ ਦੇ ਮੁਤਾਬਕ ਇਹ ਪਾਕਿਸਤਾਨ ਦਾ ਕੌਮੀ ਪਰਿੰਦਾ ਵੀ ਹੈ। ਜੀ ਜੀ ਬਿਲਕੁਲ। ਤੇ ਇਹ ਦੋਸਤਾਂ ਨੂੰ ਤੁਸੀਂ ਵਿਖਾ ਦਿਓ ਲਾਗੇ ਕਰਕੇ। ਇਸ ਟਾਈਮ ਮੈਂ ਜੋ ਹੱਥ 'ਚ ਫੜਿਆ ਇਹ ਚਕੋਰਾ ਹੈ, ਯਾਨੀ ਇਹ ਨਰ ਹੈ। ਔਰ ਨਰ ਦੀ ਪਹਿਚਾਣ ਖਾਸ ਇਹ ਵੀ ਕਿ ਇਹਦੇ ਸਿਰ ਦੇ ਉੱਤੇ ਸਿੰਗ ਹੈ ਤੇ ਦੂਸਰੇ ਇਹਦੇ ਕੰਮ ਜਿਹੜੇ ਨੇ ਉਹ ਆਪ ਹੀ ਨਜ਼ਰ ਆਉਂਦੇ ਨੇ। ਇਹਨਾਂ ਨੇ ਕਿਹਾ ਨਰ ਹੈ ਜੀ। ਅੱਛਾ ਦੋਸਤੋ, ਸਭ ਤੋਂ ਅਹਿਮ ਜਿਹੜੀ ਮਾਲੂਮਾਤ ਹੈ ਉਹ ਤੁਹਾਡੇ ਲਈ ਕਿ ਪਾਕਿਸਤਾਨ ਦਾ ਕੌਮੀ ਪਰਿੰਦਾ ਹੈ। ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖੋ, ਤੁਹਾਨੂੰ ਦੱਸਿਆ ਜਾਏਗਾ ਕਿ ਇਹਦੀ ਤੁਸੀਂ ਬਰੀਡ ਕਿਸ ਤਰ੍ਹਾਂ ਕਰਾ ਸਕਦੇ ਹੋ, ਇਹਦੇ ਅੰਡੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕਿੰਜ ਹਾਸਲ ਕਰ ਸਕਦੇ ਹੋ, ਨਰ ਔਰ ਮਾਦਾ 'ਚ ਫਰਕ ਕੀ ਹੈ, ਇਹਨੂੰ ਸੇਲਿੰਗ ਕਿਸ ਤਰ੍ਹਾਂ ਕਰ ਸਕਦੇ ਹੋ, ਇਹਦੀ ਫਾਰਮਿੰਗ ਕਿਸ ਲਿਹਾਜ਼ ਨਾਲ ਕਰ ਸਕਦੇ ਹੋ। ਅੱਛਾ ਭਾਈਜਾਨ, ਇਹ ਔਸਤਨ ਇੱਕ ਹਫਤੇ ਦੇ ਜਾਂ ਦਿਨ ਦੇ ਜਾਂ ਮਹੀਨਾ ਕਿੰਨੇ ਅੰਡੇ ਦਿੰਦੀ ਹੈ? ਇਹ ਜੀ 30 ਅੰਡੇ ਦਿੰਦੀ ਹੈ ਤੇ ਨਾਰਮਲ ਇੱਕ ਅੰਡਾ ਐਵਰੇਜ ਤੁਸੀਂ ਕਹਿ ਸਕਦੇ ਹੋ ਕਿ ਡੇਲੀ ਬੇਸ ਤੇ ਦਿੰਦੀ ਹੈ। ਠੀਕ ਹੈ। ਔਰ ਇਹਦੇ 'ਚ ਅਹਿਮ ਤਰੀਨ ਗੱਲ ਇਹ ਵੀ ਕਿ ਕੋਈ 100% ਕਨਫਰਮ ਗੱਲ ਨਹੀਂ ਹੈ ਸਾਇੰਟੀਫਿਕ, ਲੇਕਿਨ ਸੁਣਨ 'ਚ ਇਹ ਆਇਆ ਔਰ ਤਜਰਬਾ ਇਹ ਹੈ ਕਿ ਇਹਦਾ ਅੰਡਾ ਜਿਹੜਾ ਕਿਹਾ ਜਾਂਦਾ ਕਿ ਮੁਰਗੀ ਨਾਲੋਂ ਵੀ 7 ਗੁਣਾ ਜ਼ਿਆਦਾ ਇਹਦਾ ਅੰਡਾ ਜਿਹੜਾ ਨਾ ਉਹ એનર્ਜੀ ਵੱਧ ਰੱਖਦਾ, ਜ਼ਿਆਦਾ ਗਰਮ ਹੁੰਦਾ ਇਹਦਾ ਅੰਡਾ। ਠੀਕ। ਇਹਦਾ ਮਤਲਬ ਜਿਹੜੇ ਸਾਡੇ ਵਿਊਅਰਸ ਨੇ ਵੇਖਣ ਵਾਲੇ, ਉਹਨਾਂ ਵਾਸਤੇ ਇਹ ਵੀ ਮਾਲੂਮਾਤ ਅਹਿਮ ਹੈ ਕਿ ਅਗਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਅੰਡੇ 'ਚੋਂ એનર્ਜੀ ਹਾਸਲ ਕਰਨਾ ਚਾਹੁੰਦੇ ਹੋ ਤੇ ਚਕੋਰੀ ਦਾ ਅੰਡਾ ਜਿਹੜਾ ਨਾ ਉਹ ਸਭ ਤੋਂ ਜ਼ਿਆਦਾ ਸਟਰੈਂਥ ਰੱਖਣ ਵਾਲਾ ਹੈ। ਅੱਛਾ ਭਾਈਜਾਨ, ਇਹ ਅੰਡਾ ਤਕਰੀਬਨ ਕਿੰਨੇ ਇਹਦੀ ਔਸਤਨ ਕੀਮਤ ਹੈ? ਆਂਡਾ ਅਸੀਂ ਸਾਰੇ ਇੱਥੇ ਸੇਲ ਤੇ ਆਂਡੇ ਨਹੀਂ ਕਰਦੇ ਹੈ ਜੀ। ਵੈਸੇ ਇਹਨਾਂ ਦੇ ਜਿਹੜੇ ਨਾ ਅਸੀਂ ਆਂਡੇ ਬੱਚਿਆਂ ਵਾਸਤੇ ਯੂਜ਼ ਕਰਨੇ ਆ। ਹੁਣ ਵੀ ਤੁਸੀਂ ਵੇਖ ਸਕਦੇ ਹੋ ਕਿ ਚਕੋਰੀ ਬੱਚਿਆਂ ਦੇ ਬੈਠੀ ਹੈ। ਠੀਕ ਹੈ। ਉਹ ਜਿਹੜੀ ਵਾਈਟ ਹੈ ਜੀ, ਉਹ ਸਾਡੀ ਘਰ ਦੀ ਬਰੀਡ ਹੈ। ਠੀਕ ਹੈ। ਇਹਨਾਂ ਦਾ ਨਾਰਮਲ ਕਲਰ ਜਿਹੜਾ ਉਹ ਹੈ ਹੁੰਦਾ ਦੂਸਰਾ, ਲੇਕਿਨ ਉਹਨੂੰ ਵਾਈਟ ਬਣਾਇਆ ਹੈ। ਠੀਕ ਹੈ ਦੋਸਤੋ, ਇਸ ਟਾਈਮ ਆਂਡੇ ਨੇ ਉਹਦੇ ਥੱਲੇ कि चकोरी अपने अंडों पर बैठी हुई है।
ये ब्रीड करवाने के लिए। अच्छा, ये ज्यादा से ज्यादा भाईजान कितने अंडों से बच्चे निकाल सकती है? ਇਹ ਨਾਰਮਲੀ 30 35 40 ਕਰ ਲੋ, ਇੰਨੇ ਆਂਡਿਆਂ ਨੂੰ ਆਪਣੇ ਥੱਲੇ ਕਵਰ ਕਰ ਲੈਂਦੀ ਹੈ। ਲੇਕਿਨ ਮੈਂ ਇੱਥੇ ਦੋਸਤਾਂ ਨੂੰ ਦੱਸਣਾ ਚਾਹਾਂਗਾ ਕਿ ਬਿਹਤਰ ਇਹ ਵੇ ਕਿ ਚਕੋਰੀ ਕੋਲੋਂ ਉਹਦੇ ਬੱਚੇ ਨਾ ਲੈ ਜਾਣ। ਸਹੀ ਹੈ, ਕਿਉਂਕਿ ਚਕੋਰੀ ਅਕਸਰ ਜਿਹੜੀ ਹੈ ਨਾ ਖਤਰਾ ਵੇਖ ਕੇ ਇਹ ਡਾਰੀ ਮਾਰ ਜਾਂਦੀ ਹੈ, ਠੀਕ ਹੈ, ਔਰ ਇਹਦੇ ਜਿਹੜੇ ਬੱਚੇ ਨੇ ਉਹ ਪਿੱਛੇ ਰਹਿ ਜਾਂਦੇ ਨੇ, ਉਹ ਕਾਬੂ ਆਈ ਜਾਂਦੇ ਨੇ। ਇਹਦੇ ਬੱਚਿਆਂ ਦੀ ਬਿਹਤਰੀਨ ਹਿਫਾਜ਼ਤ ਵਾਸਤੇ ਇਹਦਾ ਬਿਹਤਰੀਨ ਤਰੀਕਾਕਾਰ ਇਹ ਵੇ ਕਿ ਤੁਸੀਂ ਇਹਦੇ ਆਂਡੇ ਲਵੋ ਔਰ ਇਹਦੇ ਆਂਡਿਆਂ ਦੇ ਬੱਚੇ ਤੁਸੀਂ ਕੁਕੜੀ ਥੱਲੇ ਕਢਾਓ। ਠੀਕ ਹੈ, ਕੁਕੜੀ ਥੱਲੇ ਤੁਸੀਂ ਇਹਦਾ ਆਂਡਾ 8 ਦਿਨ ਪਹਿਲਾਂ ਰੱਖ ਦੇਣਾ। 8 ਦਿਨ ਪਹਿਲਾਂ ਕੁਕੜੀ ਆਂਡਿਆਂ ਤੇ ਬੈਠੀ ਹੋਏ ਔਰ 8 ਦਿਨ ਬਾਅਦ ਤੁਸੀਂ ਨਾਲ ਦੂਸਰੇ ਕੁਕੜੀ ਦੇ ਆਂਡੇ ਵੀ ਪਾ ਸਕਦੇ ਹੋ। ਸਹੀ ਹੈ, ਫਿਰ ਇਹਨਾਂ ਦੇ ਬੱਚੇ ਇਕੱਠੇ ਹੀ ਨਿਕਲਣਗੇ, ਕਿਉਂਕਿ ਇਹਦੇ ਬੱਚੇ ਨਾਰਮਲੀ ਜਿਹੜੇ ਨੇ ਨਾ ਉਹ 29 ਦਿਨ ਬਾਅਦ ਨਿਕਲਦੇ ਨੇ। ਸਹੀ ਹੈ, ਤੇ ਇਹਦਾ ਮਹੀਨੇ ਬਾਅਦ ਜਦੋਂ ਬੱਚੇ ਨਿਕਲਣਗੇ ਕੁਕੜੀ ਦੇ ਔਰ ਇਹਦੇ ਇਕੱਠੇ ਬੱਚੇ ਹੋਣਗੇ ਔਰ ਕੁਕੜੀ ਹੀ ਉਹਨਾਂ ਬੱਚਿਆਂ ਦੀ ਹਿਫਾਜ਼ਤ ਕਰੇਗੀ, ਉਹੀ ਉਹਨਾਂ ਨੂੰ ਪਾਲੇਗੀ ਜੀ। ਠੀਕ ਹੈ, ਯਾਨੀ ਤੁਹਾਡੀ ਇਹ ਟੈਨਸ਼ਨ ਖਤਮ ਹੋ ਜਾਏਗੀ ਕਿ ਚਕੋਰੀ ਆਪਣੇ ਬੱਚਿਆਂ ਦੀ ਉਸ ਤਰ੍ਹਾਂ ਕੇਅਰ ਨਹੀਂ ਕਰ ਸਕਦੀ ਜਿਵੇਂ ਕਿ ਕੁਕੜੀ ਕਰੇਗੀ। ਅੱਛਾ, ਇਹਨਾਂ ਨੂੰ ਸੇਲ ਕਿਹੜੀ ਕੀਮਤ ਤੇ ਕਰਦੇ ਹੋ? ਇੱਕ ਜੋੜੇ ਦੀ ਕੀਮਤ ਕੀ ਹੈ? ਜੋੜੇ ਦੀ ਭਾਈਜਾਨ ਕੀਮਤ 6000 5500 ਇੱਥੇ ਕੀਮਤ ਹੈ ਜੋੜੇ ਦੀ। ਅਗਰ ਕੋਈ ਦੋਸਤ ਲੈਣਾ ਚਾਹੇ ਤੇ ਰਾਬਤਾ ਕਰ ਸਕਦਾ ਹੈ। ਦੋਸਤੋ ਡਿਸਕ੍ਰਿਪਸ਼ਨ ਚ ਤੇ ਥੰਬਨੇਲ ਤੇ ਨੰਬਰ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ, ਉਸ ਨੰਬਰ ਤੇ ਤੁਸੀਂ ਰਾਬਤਾ ਕਰਕੇ ਜਿਹੜੇ ਭਾਈ ਨੂੰ ਚਕੋਰੀਆਂ ਦਾ ਜੋੜਾ ਚਾਹੀਦਾ ਉਹ 6000 ਚ ਭਾਈ ਕਹਿੰਦੇ ਨੇ, ਅਸੀਂ ਫਿਰ ਵੀ ਮੁਨਾਸਬ ਰੇਟ ਤੁਹਾਡੇ ਲਈ ਕਰਕੇ ਕੋ 500,000 ਦੀ ਕਮੀ ਬੇਸ਼ੀ ਕਰਵਾ ਕੇ ਤੁਹਾਨੂੰ ਜੋੜਾ ਜਿਹੜਾ ਆਪਣੇ ਥਰੂ ਇਹ ਭਾਈ ਦਾ ਨੰਬਰ ਅਸੀਂ ਮੈਂਸ਼ਨ ਕਰ ਦਾਂਗੇ, ਤੁਸੀਂ ਇਹਨਾਂ ਨਾਲ ਰਾਬਤਾ ਕਰਕੇ ਇਹਨਾਂ ਕੋਲ ਜੋੜੇ ਲੈ ਸਕਦੇ ਹੋ। ਅੱਛਾ ਭਾਈ ਜਾਨ, ਇਹਨਾਂ ਦੀ ਕੀਮਤ ਤੁਸੀਂ ਦੱਸ ਦਿੱਤੀ ਹੈ। ਅਗਰ ਕਿਸੇ ਭਾਈ ਨੇ ਇਹ ਫਾਰਮਿੰਗ ਸਟਾਰਟ ਕਰਨੀ ਹੈ, ਯਾਨੀ ਕਿ ਵੱਡੇ ਲੈਵਲ ਤੇ ਉਹ ਸੇਲਿੰਗ ਕਰਨਾ ਚਾਹੁੰਦਾ ਇਹਦੇ ਚ, ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਜਿਵੇਂ ਕਿ ਬਾਸਾਨੀ ਇਹਦੀ ਫਾਰਮਿੰਗ ਜਿਹੜੀ ਇਹ ਹੋ ਸਕਦੀ ਹੈ, ਲੇਕਿਨ ਇਹਦੇ ਚ ਦੂਸਰੀ ਫਾਰਮਿੰਗ ਤੋਂ ਹਟ ਕੇ ਇਹ ਚੀਜ਼ ਹੈ ਕਿ ਉਸ ਫਾਰਮਿੰਗ ਚੋਂ ਕੋਈ ਚੀਜ਼ਾਂ ਦੌੜ ਨਹੀਂ ਸਕਦੀਆਂ ਨੇ ਜੀ। ਤੇ ਇਹ ਚਕੋਰੀ ਜਿਹੜਾ ਪਰਿੰਦਾ ਹੈ ਕਿਉਂਕਿ ਉੱਡ ਸਕਦਾ ਹੈ। ਤੁਸੀਂ ਇਹਦੇ ਪਰ ਵੇਖ ਸਕਦੇ ਹੋ ਕਿੱਡੇ ਕਿੱਡੇ ਵੱਡੇ ਪਰ ਨੇ। ਇਹ 2-2 3-3 ਕਿੱਲਿਆਂ ਦੀ ਜਾਂ ਕਹਿ ਲਓ ਕਿ 1 ਫਰਲਾਂਗ 100 ਮੀਟਰ ਇੰਨੀ ਜਿਹੜੀ ਹੈ ਨਾ ਇਹ ਉਡਾਰੀ ਮਾਰ ਲੈਂਦਾ ਜੀ। ਕਾਫੀ ਹਾਈਟ ਤੱਕ ਵੀ ਜਾਂਦਾ ਤੇ ਇਹ ਪਰਿੰਦਾ ਦੌੜ ਸਕਦਾ। ਲੇਕਿਨ ਦੋਸਤੋ ਇਹ ਦੌੜ ਨਹੀਂ ਜਾਂਦਾ ਹਰ ਬੰਦੇ ਕੋ। ਅਗਰ ਦੌੜਦਾ ਹੀ ਹੁੰਦਾ ਰਿਹਾ ਸਾਡੇ ਕੋਲ ਇੱਥੇ ਕਿਵੇਂ ਆਵਾਰਾ ਫਿਰਦੇ ਹੁੰਦੇ, ਬਿਲਕੁਲ ਇਹ ਜਦੋਂ ਗਿੱਜ ਜਾਂਦੇ ਨੇ ਫਿਰ ਨਹੀਂ ਦੌੜਦੇ। ਲੇਕਿਨ ਅਗਰ ਇਹਨਾਂ ਨੂੰ ਤੰਗ ਕੀਤਾ ਜਾਏ ਤੇ ਇਹ ਇਸ ਹਵਾਲੇ ਦੇ ਨਾਲ ਬਹੁਤ ਸੈਂਸਿਟਿਵ ਜਾਨਵਰ ਹੈ ਔਰ ਦੌੜ ਜਾਂਦਾ ਛੇਤੀ ਜੀ ਜੀ। ਅੱਛਾ, ਇਹਨਾਂ ਦੇ ਬਾਰੇ ਚ ਤੁਹਾਡਾ ਇਹ ਕੀ ਖਿਆਲ ਹੈ? ਇਹਨਾਂ ਦੀ ਬਿਹਤਰੀਨ ਖੁਰਾਕ ਕੀ ਹੈ? ਇਹਨਾਂ ਦੀ ਬਿਹਤਰੀਨ ਖੁਰਾਕ ਸੇਮ ਕੁਕੜਾਂ ਵਾਲੀ ਹੈ, ਲੇਕਿਨ ਇਹ ਵੇ ਕਿ ਤੁਸੀਂ ਇਹਨਾਂ ਨੂੰ ਫੀਡ ਨਾ ਪਾਵੋ, ਠੀਕ ਹੈ, ਉਹ ਕੋਈ ਕਿਸੇ ਤਰ੍ਹਾਂ ਦੀ ਵਿਲਾਇਤੀ ਫੀਡ ਨਾ ਪਾਵੋ ਜੀ ਜੀ। ਬਿਲਕੁਲ ਜੈਨੂਇਨ ਪਲਣ ਔਰ ਸਭ ਤੋਂ ਬਿਹਤਰ ਗਰੋਥ ਇਹਨਾਂ ਦੀ ਜਿਹੜੀ ਉਹ ਡੇਰੇਦਾਰੀ ਚ ਹੁੰਦੀ ਹੈ ਕਿ ਤੁਸੀਂ ਇਹਨਾਂ ਨੂੰ ਡੇਰੇਦਾਰੀ ਚ ਰੱਖਿਆ, ਉੱਥੇ ਕੀੜਾ ਮਕੌੜਾ ਖੁਦ ਹੀ ਖਾਂਦੀਆਂ ਰਹਿੰਦੀਆਂ ਨੇ, ਛੋਟੇ ਮੋਟੇ ਸੱਪ ਨੂੰ ਵੀ ਇਹ ਨਹੀਂ ਛੱਡਦੀਆਂ, ਕੋਈ ਇਸ ਤਰ੍ਹਾਂ ਦਾ ਪਾਣੀ ਦਾ ਕੋਈ ਹੋਰ ਕੀੜਾ ਉਹਨੂੰ ਵੀ ਨਹੀਂ ਛੱਡਦੀਆਂ। ਤੇ ਬਿਹਤਰੀਨ ਹਿਫਾਜ਼ਤ ਇੱਕ ਤਰ੍ਹਾਂ ਦੀ ਇਹ ਡੇਰੇ ਦੀ ਕੀੜੇ ਮਕੌੜੇ ਦੇ ਹਵਾਲੇ ਦੇ ਨਾਲ ਕਰ ਸਕਦੀਆਂ। ਔਰ ਪਰਿੰਦਾ ਤੁਸੀਂ ਦੋਸਤਾਂ ਨੂੰ ਵਿਖਾਵੋ ਕਿ ਖੂਬਸੂਰਤ ਵੀ ਹੈ ਮਾਸ਼ਾਅੱਲਾ ਕਾਫੀ ਜ਼ਿਆਦਾ ਜੀ ਜੀ। ਤੇ ਕਈ ਤਰ੍ਹਾਂ ਦੀ ਖੂਬਸੂਰਤੀ ਇਹਨੂੰ ਅੱਲਾਹ ਤਾਲਾ ਨੇ ਦਿੱਤੀ ਮਾਸ਼ਾਅੱਲਾ ਮਾਸ਼ਾਅੱਲਾ। ਭਾਈਜਾਨ ਜਿਹੜੇ ਲੋਕੀ ਫਾਰਮਿੰਗ ਕਰਦੇ ਨੇ, ਯਾਨੀ ਕਿ ਗੋਟ ਫਾਰਮਿੰਗ, ਬਫੈਲੋ ਫਾਰਮਿੰਗ, ਕੋ ਫਾਰਮਿੰਗ ਜਾਂ ਡੌਗਸ ਫਾਰਮਿੰਗ, ਉਹਨਾਂ ਦੀ ਫਾਰਮਿੰਗ ਦੇ ਹਵਾਲੇ ਨਾਲ ਕੀੜੇ ਮਕੌੜਿਆਂ ਦਾ ਉਹਨਾਂ ਨੂੰ ਸਾਹਮਣਾ ਜਿਹੜਾ ਨਾ ਅਕਸਰ ਕਰਨਾ ਪੈਂਦਾ ਕਿ ਚਾਰੇ 'ਚ ਕੋ ਕੀੜੇ ਵਗੈਰੇ ਆ ਸਕਦੇ ਨੇ ਜਾਂ ਪਾਣੀ 'ਚ ਆ ਸਕਦੇ ਨੇ। ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਅਗਰ ਤੁਸੀਂ ਫਾਰਮਿੰਗ ਕਰਦੇ ਹੋ ਤੇ ਇਹਨੂੰ ਲਾਜ਼ਮੀ ਕੋਲ ਰੱਖੋ ਜਾਂ ਇਸ ਤੋਂ ਬਗੈਰ ਵੀ ਕੰਮ ਆਸਾਨ ਹੈ? ਭਾਈ ਕੰਮ ਤੇ ਇਸ ਤੋਂ ਬਗੈਰ ਵੀ ਚੱਲ ਸਕਦਾ, ਜ਼ਰੂਰੀ ਨਹੀਂ ਹੈ ਕਿ ਤੁਸੀਂ ਚਕੋਰ ਹੀ ਰੱਖਿਆ ਹੋਏ ਉੱਥੇ ਤੇ ਫੇਰ ਹੀ ਤੁਹਾਡਾ ਕੰਮ ਚੱਲੇਗਾ। ਲੇਕਿਨ ਇਹਦੇ 'ਚ ਮੈਂ ਤੁਹਾਨੂੰ 2-3 ਚੀਜ਼ਾਂ ਦੱਸਣੀਆਂ ਚਾਹਾਂਗਾ ਕਿ ਇਹ ਤੁਹਾਡੇ ਉਸ ਫਾਰਮ ਦੀ ਖੂਬਸੂਰਤੀ 'ਚ ਪਹਿਲੇ ਨੰਬਰ ਤੇ ਇਜ਼ਾਫਾ ਕਰੇਗਾ ਜੀ, ਸੋਹਣਾ ਪਰਿੰਦਾ, ਔਰ ਦੂਸਰੇ ਨੰਬਰ ਦੇ ਉੱਤੇ ਇਹ ਕੇਅਰ ਕਰੇਗਾ ਜਾਨਵਰਾਂ ਵਗੈਰਾ ਦੀ, ਛੋਟਿਆਂ ਦੀ, ਕੀੜਿਆਂ ਮਕੌੜਿਆਂ ਤੋਂ ਉਹਨਾਂ ਨੂੰ ਬਚਾਏਗਾ ਜੀ ਜੀ ਇਸ ਹਵਾਲੇ ਦੇ ਨਾਲ। ਪਲੱਸ ਇਹ ਵੇ ਕਿ ਇਹ ਜੀ ਜਿਹੜਾ ਨਾ ਕਹਿ ਲਵੋ ਕਿ ਕੁਕੜੀਆਂ ਦੇ ਨਾਲੋਂ ਜ਼ਿਆਦਾ ਇਹ ਡੇਰੇਦਾਰੀ ਦਾ ਖਿਆਲ ਕਰ ਸਕਦਾ ਇਸ ਹਵਾਲੇ ਨਾਲ ਕੀੜੇ ਮਕੌੜਿਆਂ ਨੂੰ। ਠੀਕ ਹੈ। ਅੱਛਾ, ਉਸ ਤੋਂ ਬਾਅਦ ਅਗਰ ਕੋਈ ਭਾਈ ਇਹਨੂੰ ਖੁਰਾਕ ਖਾਣਾ ਚਾਹੇ ਜਾਂ ਗੋਸ਼ਤ ਦੇ ਹਵਾਲੇ ਨਾਲ, ਖੁਰਾਕ ਦੇ ਹਵਾਲੇ ਨਾਲ ਤੁਹਾਡਾ ਕੀ ਕਹਿਣਾ ਹੈ ਕਿ ਖੁਰਾਕ ਦੇ ਲਿਹਾਜ਼ ਨਾਲ ਕਿੰਨਾ ਬਿਹਤਰ ਹੈ ਜਾਂ ਇਹਦੀ ਖੁਰਾਕ ਦੇ ਕੀ ਫਵਾਇਦ ਨੇ? ਬਿਲਕੁਲ ਜੀ, ਇਹ ਚੀਜ਼ ਤੁਸੀਂ ਗੂਗਲ ਤੇ ਜਾ ਕੇ ਵੀ ਸਰਚ ਕਰ ਸਕਦੇ ਹੋ ਕਿ ਇਹਦਾ ਗੋਸ਼ਤ ਜਿਹੜਾ ਉਹ ਇੰਤਹਾਈ ਪਾਵਰਫੁਲ ਹੈ ਜੀ, ਇੱਕ ਤਰ੍ਹਾਂ ਦਾ ਕਹਿ ਲਓ ਕਿ ਫੁੱਲ ਆਫ ਪ੍ਰੋਟੀਨ ਹੈ ਜੀ, ਤੇ ਇਹ ਬਿਲਕੁਲ ਹਲਾਲ ਜਾਨਵਰ ਹੈ ਔਰ ਇਹਨੂੰ ਬਹੁਤ ਜ਼ਿਆਦਾ ਖਾਧਾ ਜਾਂਦਾ ਹੈ। ਅੱਛਾ, ਇਸ ਟਾਈਮ ਭਾਈ ਤੁਸੀਂ ਬਰੀਡ ਲਈ ਕਿੰਨੇ ਅੰਡੇ ਰੱਖੇ ਨੇ? ਇਸ ਟਾਈਮ ਇਹਦੇ ਥੱਲੇ ਕੋਈ 30 ਅੰਡੇ ਪਏ ਨੇ। ਠੀਕ ਹੈ।
ਤੇ ਮਜ਼ੀਦ ਆਂਡੇ ਜਿਹੜੇ ਨੇ ਨਾ ਇਹਦੇ ਉਹ ਕੁਕੜੀ ਥੱਲੇ ਪਾਏ ਨੇ। ਦੋਸਤਾਂ ਨੂੰ ਇਹ ਵੀ ਚੀਜ਼ ਮੈਂਸ਼ਨ ਕਰਨਾ ਚਾਹਾਂਗੇ ਕਿ ਸਾਰੇ ਜਿਹੜੀਆਂ ਚਕੋਰੀਆਂ ਦੀਆਂ ਨਸਲਾਂ ਨੇ ਨਾ ਉਹ ਖੁਦ ਬੱਚੇ ਨਹੀਂ ਕੱਢਦੀਆਂ, ਆਂਡੇ ਜ਼ਾਇਆ ਕਰ ਦਿੰਦੀਆਂ ਨੇ। ਇਹਨੂੰ ਇੱਕ ਆਦਤ ਹੁੰਦੀ ਹੈ ਕਿ ਆਂਡਾ ਆਪਣਾ ਛੁਪਾ ਕੇ ਦਿੰਦੀ ਹੈ। ਠੀਕ ਹੈ। ਯਾਨੀ ਐਸੀ ਜਗ੍ਹਾ ਤੇ ਆਂਡਾ ਦੇਗੀ ਕਿ ਤੁਹਾਨੂੰ ਪਤਾ ਨਾ ਲੱਗ ਸਕੇ, ਇਹਦਾ ਆਂਡਾ ਲੱਭ ਨਾ ਸਕੇ। ਠੀਕ ਹੈ। ਅਗਰ ਤੁਹਾਡੀ ਖੁੱਲੀ ਫਸਲ ਹੈ, ਇਹ ਉਸ ਫਸਲ ਦੇ ਵਿੱਚ ਕੋਈ ਜਗ੍ਹਾ ਬਣਾ ਕੇ ਉਸ ਜਗ੍ਹਾ ਤੇ ਆਂਡੇ ਦੇਣੇ ਸ਼ੁਰੂ ਕਰ ਦਿੰਦੀ ਹੈ। ਤੇ ਇਸ ਲਈ ਬਿਹਤਰ ਇਹ ਹੁੰਦਾ ਕਿ ਇਹਦੇ ਬੱਚੇ ਜਿਹੜੇ ਨੇ ਨਾ ਉਹ ਤੁਸੀਂ ਕੁਕੜੀ ਥੱਲੇ ਲੈ ਲਓ। ਲੇਕਿਨ ਇਹ ਜਿਹੜੀ ਹੈ ਸਾਡੇ ਕੋਲ ਨਸਲ ਮੌਜੂਦ ਹੈ, ਇਹ ਆਪਣੀ ਅੱਗੋਂ ਨਸਲ ਖੁਦ ਹੀ ਢੋਰਦੀ ਹੈ। ਯਾਨੀ ਆਪਣੇ ਬੱਚੇ ਖੁਦ ਕੱਢ ਸਕਦੀ ਹੈ ਔਰ ਖੁਦ ਉਹਨੂੰ ਕੇਅਰ ਦੇ ਨਾਲ ਪਾਲ ਵੀ ਸਕਦੀ ਹੈ ਜੀ। ਅੱਛਾ, ਜਿਹੜੇ ਭਾਈ ਨਵੀਂ ਇਹ ਫਾਰਮਿੰਗ ਸਟਾਰਟ ਕਰਨਗੇ ਉਹ ਕਿੰਨੀ ਜਿਹੜਾ ਨਾ ਮਿਕਦਾਰ ਦੇ ਵਿੱਚ ਇਹਦੇ ਜੋੜੇ ਤੁਹਾਡੇ ਕੋਲ ਲੈ ਕੇ ਰੱਖਣੀਆਂ, ਜਿੱਥੋਂ ਵੀ ਕਿਤੇ ਉਹਨਾਂ ਨੂੰ ਦਸਤਿਆਬ ਹੋਣ, ਉਹ ਕਿੰਨੇ ਜੋੜਿਆਂ ਤੋਂ ਜਾਂ ਕਿੰਨੇ ਨਾਰਮਾਂ ਦਾ ਲੈ ਕੇ ਕੰਮ ਸਟਾਰਟ ਕਰਨ ਤੇ ਉਹ ਐਜ਼ ਅ ਬਿਜ਼ਨਸ ਇਹਨੂੰ ਜਿਹੜਾ ਨਾ ਰਨ ਕਰ ਸਕਦੇ ਨੇ? ਸਰ 8 ਤੋਂ 10 ਜਾਨਵਰ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਜੀ। ਔਰ ਰੈਗੂਲਰ ਤੁਸੀਂ ਉਹਨਾਂ ਦੇ ਬੱਚੇ ਲਈ ਜਾਓ, ਤਰੀਕੇਕਾਰ ਨਾਲ ਉਹਨਾਂ ਨੂੰ ਪਾਲੋ, ਕੇਅਰ ਕਰੋ ਜੀ। ਤੇ ਮਾਸ਼ਾਅੱਲਾ ਸਾਲ ਦੇ ਵਿੱਚ ਤੁਹਾਡੇ ਕੋਲ ਜਿਹੜਾ ਨਾ ਉਹ 200-300 400 ਜਾਨਵਰ ਹੋ ਸਕਦਾ। ਜੀ ਜੀ ਮਾਸ਼ਾਅੱਲਾ। ਉਹਦੇ ਨਾਲ ਉਸ ਦਿਨ ਉਹ ਬਚਤ ਕਿੰਨੀ ਕਰ ਸਕਦੇ ਨੇ ਅਗਰ ਉਹ ਸੇਲ ਕਰਦੇ ਨੇ ਅੱਗੋਂ, ਕਿ ਉਹ ਵੀ ਸੇਲਿੰਗ ਆਪਣਾ ਬ੍ਰਾਂਡ ਬਣਾਉਂਦੇ ਨੇ, ਤੇ ਕਿੰਨੀ ਉਹ ਤਕਰੀਬਨ ਉਸ ਦਿਨ ਬਚਤ ਹਾਸਿਲ ਕਰ ਸਕਦੇ ਨੇ 8-10 ਜੋੜਿਆਂ ਤੋਂ ਬਾਅਦ? ਬਚਤ ਭਾਈ ਜਾਨੀ ਇਸ ਚੀਜ਼ ਤੇ ਡਿਪੈਂਡ ਕਰੇਗੀ ਕਿ ਉਹਨਾਂ ਨੇ ਪਰਿੰਦਿਆਂ ਦੀ ਖਰੀਦਦਾਰੀ ਕਿੱਥੋਂ ਕੀਤੀ ਹੈ, ਕਿਹੜੀ ਨਸਲ ਦੇ ਪਰਿੰਦੇ ਉਹਨਾਂ ਨੇ ਖਰੀਦੇ ਨੇ। ਇਹਦੀਆਂ ਡਿਫਰੈਂਟ ਨਸਲਾਂ ਨੇ। ਤੁਸੀਂ ਵੇਖਿਆ ਇਥੋਂ ਇੱਕ ਸਾਡੀ ਜਿਹੜੀ ਹੈ ਨਾ ਉਹ ਵਾਈਟ ਕਲਰ ਦੀ ਉੱਡ ਕੇ ਚਕੋਰੀ ਗਈ ਹੈ ਬਾਹਰ ਅੱਗੇ ਜੀ। ਤੇ ਅਗਰ ਤੁਸੀਂ ਬਹੁਤ ਜ਼ਿਆਦਾ ਮਹਿੰਗੇ ਲਏ ਨੇ ਤੇ ਫਿਰ ਤੁਹਾਨੂੰ ਉਸ ਹਿਸਾਬ ਦੇ ਨਾਲ ਪ੍ਰੋਫਿਟ ਜਿਹੜਾ ਉਹ ਕੈਲਕੂਲੇਟ ਹੋਏਗਾ ਤੁਹਾਡਾ। ਅਗਰ ਤੁਸੀਂ ਜਾਨਵਰ ਸਸਤੇ ਖਰੀਦਦੇ ਹੋ ਤੇ ਉਹਨਾਂ ਦੇ ਬੱਚੇ ਲੈਂਦੇ ਹੋ ਤੇ ਫਿਰ ਬਹੁਤ ਜ਼ਿਆਦਾ ਮੁਨਾਫਾ ਇਸ ਚੀਜ਼ 'ਚ ਹੋ ਸਕਦਾ ਹੈ। ਇੱਕ ਘਰ ਦਾ ਗਿੱਜਣ ਵਾਲਾ ਪਰਿੰਦਾ ਹੈ ਜਿਹਨੂੰ ਘਰ ਬਿਲਕੁਲ ਕੁਕੜੀਆਂ ਦੀ ਤਰ੍ਹਾਂ ਰੱਖਿਆ ਵੀ ਜਾ ਸਕਦਾ ਹੈ, ਅੰਡੇ ਵਗੈਰਾ ਵੀ ਯੂਜ਼ ਹੋ ਸਕਦੇ ਨੇ। ਔਰ ਸਭ ਤੋਂ ਬਿਹਤਰੀਨ ਗੱਲ ਇਹਦੀ ਕਿ ਇਹਦੀ ਖੂਬਸੂਰਤੀ 'ਚ ਬੜਾ ਇਜ਼ਾਫਾ ਕਰਦਾ ਹੈ। ਜੀ ਜੀ। ਜ਼ਿਆਦਾਤਰ ਲੋਕ ਇਹਨੂੰ ਸ਼ੌਕ ਨਾਲ ਪਾਲਦੇ ਨੇ। ਠੀਕ ਹੈ। ਅੱਛਾ, ਇਹਨਾਂ ਦੇ ਬੱਚਿਆਂ ਵਾਸਤੇ ਕੋਈ ਖੁਰਾਕ ਜਿਹੜੀ ਹੋਏ, ਕੋਈ ਲਾਜ਼ਮੀ ਜਾਂ ਕੋਈ ਇੰਜੈਕਸ਼ਨ ਇਹਨਾਂ ਨੂੰ ਹਿਫਾਜ਼ਤੀ ਲਗਵਾਉਣੇ ਚਾਹੀਦੇ ਨੇ? ਠੰਡ ਗਰਮੀ ਦਾ ਪਰਹੇਜ਼ ਉਹਦੇ ਬਾਰੇ ਚ ਕੀ ਹੈ? ਸਭ ਤੋਂ ਬਿਹਤਰੀਨ ਗ਼ਜ਼ਾ ਇਹਨਾਂ ਵਾਸਤੇ ਬਾਜਰਾ ਹੈ ਤੇ ਬਾਕੀ ਕੁਦਰਤ ਦੀ ਤਰਫੋਂ ਹੀ ਆਪਣਾ ਇੰਤਜ਼ਾਮ ਖੁਦ ਕਰ ਲੈਂਦੇ ਨੇ। ਬੱਚੇ ਵੀ ਜਦੋਂ ਮਾਂ ਦੇ ਨਾਲ ਟੁਰਦੇ ਨੇ ਜਾਂ ਕੁਕੜੀ ਦੇ ਨਾਲ ਅਗਰ ਤੁਸੀਂ ਕਢਾਏ ਨੇ ਉਹਦੇ ਨਾਲ ਟੁਰਦੇ ਨੇ ਤੇ ਉਹ ਆਪਣੀ ਗ਼ਜ਼ਾ ਦਾ ਖੁਦ ਫਿਕਰ ਕਰ ਲੈਂਦੇ ਨੇ। ਤੇ ਜਿਹੜੀ ਗੱਲ ਤੁਸੀਂ ਪੁੱਛੀ ਹੈ ਹਿਫਾਜ਼ਤੀ ਵੈਕਸੀਨ ਵੱਲੋਂ, ਉਹ ਬਹੁਤ ਜ਼ਰੂਰੀ ਹੈ ਕਿ ਅਗਰ ਕੋਈ ਡਾਕਟਰ ਤੁਹਾਡੇ ਕੋਲ ਯੂਨੀਅਨ ਕੌਂਸਲ ਲੈਵਲ ਤੇ ਗਵਰਨਮੈਂਟ ਨੇ ਜਿਹੜੇ ਅਵੇਲੇਬਲ ਕੀਤੇ ਨੇ ਉਹਨਾਂ ਕੋਲੋਂ ਕੋਈ ਵੈਕਸੀਨ ਵਗੈਰਾ ਰਾਣੀ ਖੇਤ ਜਾਂ ਇਸ ਤਰ੍ਹਾਂ ਦੀ ਕਿਸੇ ਬਿਮਾਰੀ ਦੀ ਅਗਰ ਮਿਲਦੀ ਹੋਏ ਤੇ ਲਗਵਾ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੈ। ਅੱਛੀ ਚੀਜ਼ ਜੀ। ਅੱਛਾ ਭਾਈ ਜਾਨ, ਇਹਨਾਂ ਨੂੰ ਬਿਮਾਰੀ ਆਂਦੀ ਨਹੀਂ ਹੈ ਨਾਰਮਲੀ। ਵਾਈਟ ਤੇ ਇਹ ਬਲੈਕ ਐਂਡ ਵਾਈਟ ਕਲਰ ਚ ਕੀ ਫਰਕ ਹੈ? ਤੁਹਾਡੇ ਕੋਲ ਵਾਈਟ ਜੋੜੇ ਵੀ ਵੇਖੇ ਨੇ, ਇਹ ਬਲੈਕ ਐਂਡ ਵਾਈਟ ਵੀ ਵੇਖੇ ਨੇ, ਇਹਨਾਂ ਚ ਕੀ ਫਰਕ ਹੈ ਜਾਂ ਖੂਬਸੂਰਤੀ ਦੇ ਲਿਹਾਜ਼ ਨਾਲ ਕੀ ਕਹਿਣਾ ਚਾਹੋਗੇ? ਭਾਈ ਇਹ ਜਿਹੜਾ ਪੰਪ ਤੁਸੀਂ ਵੇਚ ਰਹੇ ਹੋ ਇਹ ਇਹਦਾ ਨੈਚੁਰਲ ਕਲਰ ਹੈ ਜੀ। ਔਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਪਾਕਿਸਤਾਨ ਜਿਹਦਾ ਨਾਂ ਦਾ ਨਹੀਂ ਪਤਾ। ਇਹ ਨਾਂ ਇਹਦਾ ਅਸਲ ਚਕੋਰ ਹੈ ਔਰ ਚਕੋਰੀ ਦੀ ਤੜਪ, ਅਗਰ ਚਕੋਰੇ ਨੂੰ ਚਕੋਰੀ ਤੋਂ ਤੁਸੀਂ ਅਲੱਗ ਕਰ ਦਿੰਦੇ ਹੋ ਤੇ ਉਹਦੀ ਜਿਹੜੀ ਇੱਕ ਤੜਪ ਹੁੰਦੀ ਹੈ ਚਕੋਰੀ ਦੀ ਉਹਨੂੰ ਲੱਭਣ ਦੀ, ਉਹਦੇ ਤੇ ਇੱਕ ਮਾਂ ਦੀ ਮਿਸਾਲ ਦਿੱਤੀ ਜਾਂਦੀ ਹੈ ਕਿ ਮਾਂ ਦੀ ਤੜਪ ਐਸੀ ਹੁੰਦੀ ਹੈ ਜਿਵੇਂ ਚਕੋਰੀ ਦੀ ਤੜਪ ਹੁੰਦੀ ਹੈ ਜੀ ਜੀ। ਇਹ ਸਾਰਾ ਇਹਦਾ ਨੈਚੁਰਲ ਕਲਰ ਹੈ ਵਾਲਾ। ਲੋਕ ਇਹਨੂੰ ਤਿੱਤਰ ਦੇ ਨਾਂ ਤੋਂ ਜਾਣਦੇ ਨੇ ਬਹੁਤ ਜ਼ਿਆਦਾ, ਲੇਕਿਨ ਇਹਦਾ ਅਸਲ ਨਾਮ ਜਿਹੜਾ ਉਹ ਚਕੋਰੀ ਹੈ ਜੀ। ਸਹੀ ਹੈ ਦੋਸਤੋ, ਬਹੁਤ ਹੀ ਮਾਲੂਮਾਤੀ ਵੀਡੀਓ। ਇਸ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਆਪਣਾ ਕਾਰੋਬਾਰ ਬਿਜ਼ਨਸ ਸਟਾਰਟ ਕਰ ਸਕਦੇ ਹੋ। ਇਸ ਤੋਂ ਇਲਾਵਾ ਫਾਰਮਿੰਗ ਦੇ ਹਵਾਲੇ ਨਾਲ ਜਿਹੜੇ ਸਾਡੇ ਕਿਸਾਨ ਵੀਰ ਨੇ, ਫਾਰਮਰ ਭਰਾ ਨੇ, ਉਹਨਾਂ ਵਾਸਤੇ ਬਹੁਤ ਹੀ ਮਾਲੂਮਾਤੀ ਹੈ ਕਿ ਤੁਸੀਂ ਆਪਣੇ ਡੰਗਰਾਂ ਦੇ ਬਚਾਓ ਲਈ ਜਿਹੜੀਆਂ ਹਿਫਾਜ਼ਤੀ ਚੀਜ਼ ਹੈ ਕਿ ਕੀੜਾ ਮਕੌੜਾ ਡੇਰੇ ਤੇ ਜਿਹੜਾ ਨਾ ਉਹ ਆਉਣਾ ਨਾਮੁਮਕਿਨ ਦੀ ਗੱਲ ਹੈ। ਇਹ ਅੰਡੇ ਤੁਸੀਂ ਵੇਖ ਸਕਦੇ ਹੋ ਕਿ ਇਹ ਸਾਰੇ ਹੀ ਉਹ ਅੰਡੇ ਨੇ ਕਿ ਜਿਹਦੇ ਤੇ ਚਕੋਰੀ ਨੂੰ ਬਿਠਾਇਆ ਗਿਆ ਹੈ ਬਰੀਡ ਵਾਸਤੇ। ਇਹਨਾਂ ਨੂੰ ਤਕਰੀਬਨ 8 ਤੋਂ 10 ਦਿਨ ਹੋ ਗਏ ਨੇ ਤੇ ਇਹ 30 ਦਿਨ ਬਾਅਦ ਇਹਨਾਂ ਦੇ ਵਿੱਚੋਂ ਬੱਚੇ ਜਿਹੜਾ ਨਿਕਲਣਗੇ। ਤੇ ਤੁਸੀਂ ਅਗਰ ਖਰੀਦਦਾਰ ਹੋ, ਖਰੀਦਣਾ ਚਾਹੁੰਦੇ ਹੋ ਤੇ ਨੰਬਰ ਡਿਸਕ੍ਰਿਪਸ਼ਨ 'ਚ ਮੌਜੂਦ ਹੈ, ਤੁਸੀਂ ਫੋਨ ਤੇ ਰਾਬਤਾ ਕਰਕੇ ਔਰ ਚਕੋਰੀਆਂ ਦੇ ਜੋੜੇ ਹਾਸਲ ਕਰ ਸਕਦੇ ਹੋ। ਵੀਡੀਓ ਪਸੰਦ ਆਏ ਲਾਈਕ ਕਰੋ ਔਰ ਮਜ਼ੀਦ ਐਸੀਆਂ ਮਾਲੂਮਾਤੀ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਬਹੁਤ ਸ਼ੁਕਰੀਆ।